ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅੜੀ ਉੱਤੇ ਗੱਲ ਜਦੋਂ ਆ ਗਈ ਤਾਂ ਫਿਰ ਬੋਲੀ ਜਿਹੜੀ ਆ ਉਹ ਵੱਧਦੀ ਗਈ ਔਰ ਇਹ ਬੋਲੀ 1 ਕਰੋੜ ਤੱਕ ਵੀ ਪਹੁੰਚ ਜਾਣੀ ਸੀ। ਪਰ ਅਸਲ ਦੇ ਵਿੱਚ ਕੀ ਹੋਇਆ, ਉਹ ਕਿਵੇਂ ਬੋਲੀ ਜਿਹੜੀ ਆ ਉਹ ਵੱਧਦੀ 33 ਲੱਖ 10 ਹਜ਼ਾਰ ਦੇ ਉੱਤੇ ਪਹੁੰਚ ਤੇ ਮੈਨੂੰ ਪਤਾ ਲੱਗਿਆ ਵੀ 23 ਲੱਖ ਤੇ ਬੋਲੀ ਚਲੇਗੀ। ਮੈਂ ਕਿਹਾ ਇਹ ਤਾਂ ਜ਼ਮੀਨ ਵੇਚਣ ਵਾਲਾ ਕੰਮ ਹੋ ਗਿਆ ਵੀ ਐਡਾ ਮੂਰਖ ਤਾਂ ਕੋਈ ਸਾਡਾ ਕਿਸਾਨ ਹੈ ਨਹੀਂ ਹੈ। ਦੋ ਕੰਪਨੀਆਂ ਜ਼ਿਮੀਂਦਾਰਾਂ ਨੂੰ ਅੱਗੇ ਕਰਕੇ ਦੋ ਕੰਪਨੀਆਂ ਬੋਲੀ ਲਾ ਰਹੀਆਂ ਸੀ ਤੇ ਉੱਥੇ ਮੈਂ ਬੈਠਾ ਰਿਹਾ ਤੇ ਬੋਲੀ 33 ਲੱਖ ਤੇ ਚਲੇਗੀ। ਇਹ ਵਾਹੀਯੋਗ ਜ਼ਮੀਨ ਹੈ, ਇਹਦੇ ਵਿੱਚ ਅਸੀਂ ਕੋਈ ਝੰਡਾ ਨਹੀਂ ਲਾਉਣ ਦੇਣਾ। ਕਹਿੰਦੇ ਝੰਡੇ ਤਾਂ ਅਸੀਂ ਲਾਉਂਗੇ, ਅਸੀਂ ਝੰਡੇ ਲਾਉਂਗੇ, ਇਹਦੇ ਵਿੱਚ ਹੋਲਡਿੰਗ ਲਾਉਂਗੇ, ਕੱਚੇ ਰਸਤੇ ਵੀ ਪਾ ਸਕਦੇ ਹਾਂ। ਮੈਂ ਕਿਹਾ ਚਲੋ ਤੁਸੀਂ ਅੱਜ 1 ਕਰੋੜ ਰੁਪਏ ਨੇ ਮੈਂ ਵੀ ਲੈ ਲਈ, ਅਗਲੇ ਸਾਲ ਤੁਸੀਂ ਫੇਰ ਨਹੀਂ ਕਰੋੜ ਰੁਪਏ ਮੈਂ ਛੱਡਣੀ। ਕਿਹਾ ਵੀ ਇਹ ਕੰਡੀਸ਼ਨਾਂ ਲਾਓ ਵੀ ਇਹਨਾਂ ਤੇ ਐਫੀਡੇਵਿਟ ਲਓ ਵੀ ਅਸੀਂ ਕੰਪਨੀ ਨੂੰ ਨਹੀਂ, ਇਹ ਕੋਈ ਉਰੇ ਝੰਡਾ ਨਹੀਂ ਲੱਗੂਗਾ, ਕੋਈ ਹੋਲਡਿੰਗ ਨਹੀਂ ਲੱਗੂਗੀ। ਤਾਂ ਜਾ ਕੇ ਉਹ ਤੋਂ ਬਾਅਦ 5000 ਰੁਪਇਆ ਪਿਆ ਜੀ। ਉਹ ਤੋਂ ਬਾਅਦ 1 ਰੁਪਿਆ ਨਹੀਂ ਕੰਪਨੀ ਨੇ ਪਾਇਆ, ਨਹੀਂ ਇਹ ਕਰੋੜ ਰੁਪਏ ਵਿੱਚ ਵੀ ਬੋਲੀ ਚੜ੍ਹਨੀ ਸੀ। ਦੋ ਪਿੰਡ ਦੇ ਬੰਦੇ ਆ ਜੀ, ਪਹਿਲਾਂ ਜ਼ਿਮੀਂਦਾਰ ਸੀ, ਹੁਣ ਚਲੋ ਪ੍ਰਾਪਰਟੀ ਦੇ ਕੰਮਾਂ 'ਚ ਵੜ ਗਏ ਤਾਂ ਹਰੇਕ ਨੂੰ ਹੁੰਦਾ ਵੀ ਮੇਰਾ ਕੰਪਨੀ ਨਾਲ ਮੇਰਾ ਵਾਸਤਾ ਪੈ ਜਾਵੇ, ਮੇਰਾ ਵਾਹ ਪੈ ਜਾਵੇ। ਪੰਜਾਬ ਦੇ ਪਿੰਡ ਭਲਹੇੜੀ ਦੀ ਜਿਸ ਤਰੀਕੇ ਦੇ ਨਾਲ ਤਸਵੀਰ ਔਰ ਉਹ ਵੀਡੀਓ ਵਾਇਰਲ ਹੋ ਰਹੀ ਹੈ, ਉਸਨੇ ਕਈ ਸਵਾਲ ਖੜੇ ਕਰ ਦਿੱਤੇ ਨੇ। ਪਿਛਲੀ ਰਿਪੋਰਟ ਦੇ ਵਿੱਚ ਪ੍ਰੋ ਪੰਜਾਬ ਟੀਵੀ ਨੇ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅੜੀ ਉੱਤੇ ਗੱਲ ਜਦੋਂ ਆ ਗਈ ਤਾਂ ਫਿਰ ਬੋਲੀ ਜਿਹੜੀ ਆ ਉਹ ਵੱਧਦੀ ਗਈ ਔਰ ਇਹ ਬੋਲੀ 1 ਕਰੋੜ ਤੱਕ ਵੀ ਪਹੁੰਚ ਜਾਣੀ ਸੀ। ਪਰ ਇੱਕ ਹੋਰ ਵਿਅਕਤੀ ਸਾਨੂੰ ਮਿਲੇ ਨੇ ਜੋ ਇਸੇ ਪਿੰਡ ਦੇ ਰਹਿਣ ਵਾਲੇ ਨੇ ਔਰ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਸੰਬੰਧ ਰੱਖਦੇ ਨੇ, ਗੁਰਪ੍ਰੀਤ ਸਿੰਘ ਭਲਹੇੜੀ, ਜੋ ਨਵੇਂ ਹੋਰ ਖੁਲਾਸੇ ਕਰ ਰਹੇ ਨੇ। ਗੱਲਬਾਤ ਕਰਦੇ ਹਾਂ ਕੀ ਕੁਝ ਕਹਿਣਾ ਹੈ ਔਰ ਕੀ ਉਸ ਦਿਨ ਹੁੰਦਾ ਹੈ, ਉਸ ਸਾਰੇ ਉੱਤੇ ਅਸੀਂ ਗੱਲਬਾਤ ਇਹਨਾਂ ਨਾਲ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਗੁਰਪ੍ਰੀਤ ਜੀ, ਕੀ ਹੋਇਆ ਉਸ ਦਿਨ? ਕਿਉਂਕਿ ਜਿੰਨੀ ਗੱਲ ਅਸੀਂ ਪਿੰਡ ਵਾਸੀਆਂ ਨਾਲ ਕੀਤੀ ਉਹ ਕਹਿੰਦੇ ਕਿ ਅੜੀ ਉੱਤੇ ਗੱਲ ਆ ਗਈ ਸੀਗੀ, ਪਰ ਅਸਲ ਦੇ ਵਿੱਚ ਕੀ ਹੋਇਆ, ਉਹ ਕਿਵੇਂ ਬੋਲੀ ਜਿਹੜੀ ਹੈ ਉਹ ਵੱਧਦੀ 33 ਲੱਖ 10 ਹਜ਼ਾਰ ਦੇ ਉੱਤੇ ਪਹੁੰਚ ਗਈ। ਮੈਂ ਜੀ ਉਸ ਦਿਨ ਆਪਣੇ ਦਫ਼ਤਰ ਬੈਠਾ ਸੀ ਤੇ ਮੈਨੂੰ ਕਾਲ ਗਈ, ਚਲੋ ਮੈਂ ਇਹ ਸਾਹਮਣੇ ਵਾਲੇ ਤੱਕ ਅਸੀਂ ਲੰਦੇ ਸੀ ਤੇ ਮੈਨੂੰ ਪਤਾ ਲੱਗਿਆ ਵੀ 23 ਲੱਖ ਤੇ ਬੋਲੀ ਚਲੇਗੀ। ਮੈਂ ਕਿਹਾ ਇਹ ਤਾਂ ਜ਼ਮੀਨ ਵੇਚਣ ਵਾਲਾ ਕੰਮ ਹੋ ਗਿਆ ਵੀ ਐਡਾ ਮੂਰਖ ਤਾਂ ਕੋਈ ਸਾਡਾ ਕਿਸਾਨ ਹੈ ਨਹੀਂ ਹੈ। ਬਹੁਤ ਪੜ੍ਹੇ ਲਿਖੇ ਕਿਸਾਨ ਹੈ, ਥੋੜੀ ਜ਼ਮੀਨਾਂ ਵਾਲੇ ਕਿਸਾਨ ਹੈ। ਵੀ ਜਦੋਂ ਮੈਂ ਵਿੱਚ ਤੋਂ ਗੱਲ ਪਤਾ ਲੱਗੀ ਤਾਂ ਦੋਨੇ ਪਾਸੇ ਦੋ ਕੰਪਨੀਆਂ ਸੀ, ਦੋ ਕੰਪਨੀਆਂ ਜ਼ਿਮੀਂਦਾਰਾਂ ਨੂੰ ਅੱਗੇ ਕਰਕੇ ਦੋ ਕੰਪਨੀਆਂ ਬੋਲੀ ਲਾ ਰਹੀਆਂ ਸੀ ਤੇ ਉੱਥੇ ਮੈਂ ਬੈਠਾ ਰਿਹਾ ਤੇ ਬੋਲੀ 33 ਲੱਖ ਤੇ ਚਲੇਗੀ। ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਥੋੜ੍ਹੀਆਂ ਮੈਂ ਕੀ ਕੰਡੀਸ਼ਨਾਂ ਲਾਈਆਂ ਜਾਂ ਮੈਂ ਥੋੜ੍ਹੇ ਦੇ ਵੀ ਇਹ ਵਾਹੀਯੋਗ ਜ਼ਮੀਨ ਹੈ, ਮੈਂ ਇਹਦੇ ਵਿੱਚ ਅਸੀਂ ਕੋਈ ਝੰਡਾ ਨਹੀਂ ਲਾਉਣ ਦੇਣਾ। ਕਹਿੰਦੇ ਝੰਡੇ ਤਾਂ ਅਸੀਂ ਲਾਉਂਗੇ, ਅਸੀਂ ਝੰਡੇ ਲਾਉਂਗੇ, ਇਹਦੇ ਵਿੱਚ ਹੋਲਡਿੰਗ ਲਾਉਂਗੇ, ਕੱਚੇ ਰਸਤੇ ਵੀ ਪਾ ਸਕਦੇ ਹਾਂ। ਮੈਂ ਕਿਹਾ ਚਲੋ ਤੁਸੀਂ ਅੱਜ 1 ਕਰੋੜ ਰੁਪਏ ਨੇ ਮੈਂ ਵੀ ਲੈ ਲਈ, ਅਗਲੇ ਸਾਲ ਤੁਸੀਂ ਫੇਰ ਨਹੀਂ ਕਰੋੜ ਰੁਪਏ ਮੈਂ ਛੱਡਣੀ, ਇਹ ਤਾਂ ਸਾਡੀ ਜ਼ਮੀਨ ਥੋੜੀ ਹੜੱਪੀ ਜਾਊਗੀ। ਤਾਂ ਇਹ ਜਦੋਂ 33 ਲੱਖ ਤੇ ਬੋਲੀ ਰੁਕੀ, ਜਦੋਂ ਮੈਂ ਕੰਡੀਸ਼ਨਾਂ ਲਾਤੀਆਂ, ਮੈਂ ਪੰਚਾਇਤ ਨੂੰ ਸਾਰੀ ਨੂੰ ਕਿਹਾ ਵੀ ਮੈਂ ਨਾ ਇਹ ਜ਼ਮੀਨ ਬਾਉਣੀ ਜੋਗੀ ਹੈ, ਜ਼ਿਮੀਂਦਾਰ ਬਾਉਂਦੇ ਸੀ ਅੱਗੇ ਵੀ 35-30 ਸਾਲ ਤੋਂ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਇਹ ਕੰਡੀਸ਼ਨਾਂ ਲਾਓ ਵੀ ਇਹਨਾਂ ਤੇ ਐਫੀਡੇਵਿਟ ਲਓ ਵੀ ਅਸੀਂ ਕੰਪਨੀ ਨੂੰ ਨਹੀਂ, ਇਹ ਕੋਈ ਉਰੇ ਝੰਡਾ ਨਹੀਂ ਲੱਗੂਗਾ, ਕੋਈ ਹੋਲਡਿੰਗ ਨਹੀਂ ਲੱਗੂਗੀ। ਤਾਂ ਜਾ ਕੇ ਉਹ ਤੋਂ ਬਾਅਦ 5000 ਰੁਪਇਆ ਪਿਆ ਜੀ। ਉਹ ਤੋਂ ਬਾਅਦ 1 ਰੁਪਿਆ ਨਹੀਂ ਕੰਪਨੀ ਨੇ ਪਾਇਆ, ਨਹੀਂ ਇਹ ਕਰੋੜ ਰੁਪਏ ਵਿੱਚ ਵੀ ਬੋਲੀ ਚੜ੍ਹਨੀ ਸੀ। ਤਾਂ ਤੁਹਾਨੂੰ ਲੱਗਦਾ ਸੀ ਕਿ ਇਹਦੀ ਮਨਸ਼ਾ ਕੁਝ ਹੋਰ ਸੀਗੀ, ਇਹ ਕੰਪਨੀਆਂ ਹਥਾਉਣਾ ਚਾਹੁੰਦੀਆਂ ਸੀ ਔਰ ਦੋ ਕੰਪਨੀਆਂ ਨੇ ਇਹ ਬੰਦੇ ਬਿਠਾ ਕੇ ਬੋਲੀ ਵਧਾਈ ਗਈ ਹੈ। ਦੋ ਪਿੰਡ ਦੇ ਬੰਦੇ ਆ ਜੀ, ਪਹਿਲਾਂ ਜ਼ਿਮੀਂਦਾਰ ਸੀ, ਹੁਣ ਚਲੋ ਪ੍ਰਾਪਰਟੀ ਦੇ ਕੰਮਾਂ 'ਚ ਵੜ ਗਏ ਤਾਂ ਹਰੇਕ ਨੂੰ ਹੁੰਦਾ ਵੀ ਮੇਰਾ ਕੰਪਨੀ ਨਾਲ ਮੇਰਾ ਵਾਸਤਾ ਪੈ ਜਾਵੇ, ਮੇਰਾ ਵਾਹ ਪੈ ਜਾਵੇ। ਇੱਥੇ ਕਿਉਂਕਿ ਦੋ ਕੰਪਨੀਆਂ ਜ਼ਿਆਦਾ ਮਸ਼ਹੂਰ ਹੈਗੀਆਂ ਨੇ, ਇੱਕ ਸਨਸੈਟ ਤੇ ਇੱਕ ਜੁਬਲੀ, ਦੋ ਇਹੀ ਕੰਪਨੀਆਂ ਜੀ ਹਾਂ, ਇਹ ਹੁਣ ਜੁਬਲੀ ਨੇ ਵਿੱਚ ਪੈਸੇ ਜੁਬਲੀ ਨੇ ਦਿੱਤੇ ਆ ਕਿਸਾਨ ਨੂੰ ਅੱਗੇ ਕਰਕੇ, ਸਨਟੈਕ ਨੇ ਇਹਨੂੰ ਛੱਡਤਾ ਜੀ ਜ਼ਮੀਨ ਨੂੰ। ਤੇ ਜਿਹੜੇ ਆ ਝੰਡੇ ਲੱਗੇ ਹੋਏ ਨੇ ਇਹ ਕਿਹੜੇ ਕੰਪਨੀ ਦੇ ਲੱਗੇ ਹੋਏ ਨੇ? ਇਹ ਸਨਟੈਕ ਦੇ ਲੱਗੇ ਹੋਏ। ਸਨਟੈਕ ਦੇ ਲੱਗੇ ਹੋਏ ਨੇ। ਤਾਂ ਸਨਟੈਕ ਚਾਹੁੰਦੀ ਸੀ ਕਿ ਇਹ ਜ਼ਮੀਨ ਉਹਨਾਂ ਨੂੰ ਮਿਲ ਜੇ ਔਰ ਇੱਥੋਂ ਕੋਈ ਰਾਹ ਉਹ ਕੱਢ ਦੇਣ। ਇਹ ਸਨਟੈਕ ਇਹ ਚਾਹੁੰਦੀ ਸੀ ਵੀ ਮੈਂ ਜੁਬਲੀ ਨੂੰ ਪਿੱਛੇ ਹਟਾ ਕੇ ਰੱਖਾਂ। ਜੁਬਲੀ ਦੀ ਜ਼ਮੀਨ ਉਹ ਪਿਛਲੀ ਸਾਈਡ ਪੈਂਦੀ ਹੈ। ਅੱਛਾ, ਜਿੱਥੇ ਉਹ ਝੰਡੇ ਦਿਖ ਉਹ ਜੁਬਲੀ ਸਾਈਡ ਉੱਥੇ ਉਹਨਾਂ ਨੇ 70-80 ਕਿੱਲੇ ਲੈ ਲਏ, ਕੋਈ ਉਹਨੂੰ ਕਨੈਕਟੀਵਿਟੀ ਕੋਈ ਨਹੀਂ ਹੈਗੀ। ਤੇ ਉਹ ਚਾਹੁੰਦੇ ਸੀ, ਉਹਨਾਂ ਦੀ ਮਨਸ਼ਾ ਇਹ ਸੀ ਵੀ ਇੱਥੇ ਨੂੰ ਅਸੀਂ ਰਸਤਾ ਤੇ ਉਹ ਲਈਏ, ਇਹ ਉਹਨਾਂ ਦੀ ਮਨਸ਼ਾ। ਤਸਵੀਰ ਦਿਖਾ ਰਹੇ ਆ, ਜਿਹੜੇ ਉਹ ਝੰਡੇ ਦਿਖ ਰਹੇ ਨੇ ਉਧਰਲੇ ਪਾਸੇ ਇਹ ਜੁਬਲੀ ਦੀ ਜ਼ਮੀਨ ਹੈ ਜੀ। ਹਾਂ, ਜੇ ਇੱਧਰ ਨੂੰ ਅਸੀਂ ਲੈ ਕੇ ਆਵਾਂਗੇ ਤਾਂ ਇਹ ਸਨਟੈਕ ਦੀ ਹੈ। ਤਾਂ ਇਹ ਤੁਸੀਂ ਵੇਖ ਸਕਦੇ ਹੋ, ਇਹ ਦੋ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਕਹਿੰਦੇ ਉਹਨਾਂ ਦੇ ਚਲਦਿਆਂ ਹੋਇਆਂ ਆਪਸ ਦੇ ਵਿੱਚ ਇਹ ਜਿਹੜੀ ਜ਼ਮੀਨ ਦੀ ਬੋਲੀ ਹੈ ਇਹ 33 ਲੱਖ ਦੇ ਉੱਤੇ ਪਹੁੰਚ ਗਈ। ਔਰ ਜੇਕਰ ਵਿੱਚ ਆ ਕੇ ਇੰਟਰਫੇਰੈਂਸ ਨਾ ਕਰਦੇ ਔਰ ਨਾ ਵਿੱਚ ਦਖਲਅੰਦਾਜ਼ੀ ਕਰਦੇ ਤਾਂ ਇਹ ਕਰੋੜ ਤੱਕ ਵੀ ਚਲੀ ਜਾਣੀ ਸੀ। ਇਹ ਬੋਲੀ ਕਰੋੜ ਤੋਂ ਵੀ ਉੱਪਰ ਜਾ ਸਕਦੀ ਸੀ। ਉਹ ਕਹਿੰਦੇ ਸੀ ਮੇਰੀ ਨੱਕ ਦਾ ਵਾਲ ਹੈ, ਉਹ ਦੂਜੀ ਕੰਪਨੀ ਕਹਿੰਦੀ ਸੀ ਮੇਰੀ ਨੱਕ ਦਾ ਵਾਲ ਹੈ। ਵੀ ਉਹਨਾਂ ਨੇ ਆਪਣੀ ਇੱਜ਼ਤ ਦੇ ਮਾਰੇ ਇੰਨੇ ਪੈਸੇ ਲਾਏ ਜੀ। ਨਹੀਂ, 35 ਸਾਲ ਤੋਂ ਇਹ ਕਦੇ ਵੀ ਜ਼ਮੀਨ 2 ਲੱਖ ਤੇ ਉੱਪਰ ਨਹੀਂ ਗਈ ਹੈ।
ਪਿਛਲੀ ਵਾਰ ਇਹ ਟੱਕ ਨੂੰ ਪਾਣੀ ਲੱਗਦਾ ਪਿਆ ਹੈ। ਅੱਛਾ ਇਹ ਵੀ ਪੰਚਾਇਤੀ ਇਹ ਪੰਚਾਇਤ ਦੀ ਜ਼ਮੀਨ ਹੈ। ਇੱਧਰਲੇ ਪਾਸੇ ਵੀ ਪੰਚਾਇਤ ਦੀ ਇਹ ਤੇ ਨਹੀਂ 33 ਲੱਖ ਰੁਪਇਆ ਲੱਗਿਆ ਜੀ, ਹਾਂ। ਬਲਕਿ ਇਹਦਾ ਟਿਊਬਵੈਲ ਜਿਹੜਾ ਪੰਚਾਇਤ ਨੇ ਇੰਜਨ ਰੱਖਿਆ ਹੋਇਆ ਪਾਣੀ ਵਾਸਤੇ, ਇਹਨਾਂ ਨੇ ਇੱਕ ਲੇਖੇ ਦਾ ਬਦਨਾਮ ਕੀਤਾ ਹੋਇਆ ਵੀ ਜ਼ਿਮੀਂਦਾਰਾਂ ਨੇ ਜ਼ਿਮੀਂਦਾਰ ਤਾਂ ਪਹਿਲੀ ਕਰਜ਼ੇ 'ਚ ਡੁੱਬਿਆ ਏ, ਜ਼ਿਮੀਂਦਾਰ ਤਾਂ ਪਹਿਲੀ ਕਰਜ਼ੇ 'ਚ ਡੁੱਬਿਆ ਏ। ਇਹ ਇੰਨੇ 33 ਲੱਖ ਰੁਪਇਆ 8 ਕਿੱਲੇ ਦਾ ਕਿੱਥੇ ਲੱਗਾ, ਸੋਨਾ ਬੀਜ ਕੇ ਨਹੀਂ ਨਿਕਲ ਸਕਦਾ। ਮੀਡੀਆ ਤੇ ਵੀ ਜਦੋਂ ਇਹ ਤਸਵੀਰ ਵਾਇਰਲ ਹੋਈ ਤਾਂ ਲੋਕੀ ਇਹੀ ਸਵਾਲ ਖੜੇ ਕਰ ਰਹੇ ਨੇ, ਕਹਿੰਦੇ ਇੰਨਾ ਵੀ ਕੋਈ ਬੇਵਕੂਫ ਜ਼ਿਮੀਂਦਾਰ ਨਹੀਂ ਹੋਊਗਾ ਕਿ ਵੈਸੇ ਹੀ ਖੇਤੀ ਦਾ ਲਾਹੇ ਦਾ ਸੌਦਾ ਨਹੀਂ ਹੈ ਔਰ 33 ਲੱਖ ਬੋਲੀ ਜਿਹੜੀ ਹੈ ਉਹ 4 ਕਿੱਲਿਆਂ ਦੀ ਲਾਤੀ ਹੋਵੇ। ਮੈਨੂੰ ਅਫਸਰਾਂ ਦੇ ਜੀ ਪੂਰੇ ਪੰਜਾਬ ਤੋਂ ਮੈਨੂੰ ਫੋਨ ਆਏ ਵੀ ਇਹ ਗੁਰਪ੍ਰੀਤ ਜੀ ਕੀ ਹੋਇਆ, ਵੀ ਇਹ ਸੱਚ ਹੈ। ਮੈਂ ਕਿਹਾ ਬਿਲਕੁਲ ਸੱਚ ਹੈ। ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਇਹ ਕੋਈ ਜ਼ਿਮੀਂਦਾਰਾਂ ਨੇ ਨਹੀਂ ਲੱਤੀ, ਇਹ ਕੰਪਨੀ ਲੱਤੀ ਹੈ, ਵੀ ਹੁਣ ਬਾਹੂਗਾ ਜ਼ਿਮੀਂਦਾਰ ਇਹ, ਜਦੋਂ ਕੰਡੀਸ਼ਨਾਂ ਲੱਗ ਗਈਆਂ ਤਾਂ ਜ਼ਿਮੀਂਦਾਰ ਉਹਨੂੰ ਬਾਹੂਗਾ। ਜਿਹੜੇ ਹੁਣ ਵਿਅਕਤੀ ਨੇ ਜ਼ਮੀਨ ਲਿੱਤੀ ਹੈ, ਕੀ ਨਾਮ ਹੈ ਉਹਨਾਂ ਦਾ ਔਰ ਆਪਸ 'ਚ ਅੜੀ ਕਿਹਨਾਂ ਦੀ ਹੋਈ ਸੀ? ਪ੍ਰਗਟ ਸਿੰਘ ਦਾ ਨਾਮ ਹੈ ਜੀ, ਇਹਨਾਂ ਨੇ ਜ਼ਮੀਨ ਲਈ ਹੈ, ਤੇ ਦੂਜੇ ਪਾਸੇ ਭੁਪਿੰਦਰ ਸਿੰਘ ਜੀ। ਅੱਛਾ, ਤੇ ਪ੍ਰਗਟ ਹੋਣੀ ਕੀ ਕਰਦੇ ਨੇ? ਖੇਤ 'ਚ ਹੀ ਰਹਿੰਦੇ ਨੇ? ਖੇਤੀਬਾੜੀ ਕਰਦੇ ਨਹੀਂ, ਔਰ ਉਹਨਾਂ ਦਾ ਰਹਿਮਾਪੁਰ ਪਿੰਡ ਹੈ ਜੀ, ਸਾਹਮਣੇ ਜਿਹੜਾ ਝੰਡਿਆਂ ਦੇ ਸਾਹਮਣੇ ਦਿਖਦਾ। ਇਹ ਝੰਡੇ ਸਾਹਮਣੇ ਉਹਨਾਂ ਦੀ ਉੱਥੇ ਜ਼ਮੀਨ ਹੈਗੀ ਹੈ। ਹਾਂਜੀ ਉਹਨਾਂ ਦੀ ਸਾਹਮਣੇ ਜੇ ਇਹ ਵਿੱਚ ਇੰਟਰਫੇਰੈਂਸ ਨਾ ਹੁੰਦੀ ਔਰ ਇਹ ਵਿੱਚ ਜਿਹੜੀਆਂ ਤੁਸੀਂ ਕਹੀਆਂ ਚੀਜ਼ਾਂ ਅਸੀਂ ਟਰਮਸ ਐਂਡ ਕੰਡੀਸ਼ਨ ਲਵਾਈਆਂ, ਜੇ ਨਾ ਹੁੰਦੀਆਂ ਅੱਜ ਨੂੰ ਇਹ ਪੰਚਾਇਤੀ ਜ਼ਮੀਨ ਦੇ ਉੱਤੇ ਕਿਸੇ ਵੱਡੀ ਕੰਪਨੀ ਦਾ ਕਬਜ਼ਾ ਹੋ ਜਾਣਾ ਸੀ। ਬਿਲਕੁਲ ਜੀ, ਕੰਪਨੀ ਦਾ ਕਬਜ਼ਾ ਹੋ ਜਾਣ ਦੀ ਮੰਨ ਕੇ ਚਲੋ। ਅੱਜ ਇਹਦੇ ਵਿੱਚ ਝੰਡੇ ਲੱਗ ਜਾਂਦੇ ਜੇ ਕੰਡੀਸ਼ਨਾਂ ਨਾ ਲਾਉਂਦੇ, ਝੰਡੇ ਲੱਗੇ ਸੀ, ਕੱਲ ਉਹਨਾਂ ਨੇ ਰਸਤੇ ਵੀ ਪਾ ਦੇਣੇ ਤੇ ਮਾੜੇ ਮੋਟੇ ਉਧਰ ਅਧਰ ਕਰਕੇ ਜੀ। ਇਹ ਜ਼ਮੀਨ ਹਥਿਆਉਣੇ ਦੀਆਂ ਗੱਲਾਂ ਸੀਆਂ। ਇਹ ਕੋਈ ਜ਼ਿਮੀਂਦਾਰ ਨੇ ਪਾਗਲ ਨਹੀਂ ਵੀ 33 ਲੱਖ ਰੁਪਇਆ ਲਾਉਂਗੇ। ਇਹ ਕੁਝ ਜ਼ਿਮੀਂਦਾਰ ਹੁਣ ਕਹਿੰਦੇ ਪਿੰਡ ਨੂੰ ਭਲਾ ਹੋ ਗਿਆ, ਵੀ ਮੈਨੂੰ ਉਲਟਾ ਕਹਿ ਰਹੇ ਸੀ, ਕਹਿੰਦੇ ਤੁਸੀਂ ਸਾਡੇ ਪਿੰਡ ਦਾ ਵਿਕਾਸ ਰੋਕਤਿਆ। ਮੈਂ ਕਿਹਾ ਤੁਸੀਂ ਆਪਣੇ ਪਿੰਡ ਦੀ ਜ਼ਮੀਨ ਵੇਚ ਦੂੰਗੇ, ਤੁਸੀਂ ਮੂਰਖ ਹੈ ਵੀ ਕਰੋੜਾਂ ਅਰਬਾਂ ਰੁਪਏ ਦੀ ਜ਼ਮੀਨ ਹੈ ਇਹ ਉਰੇ ਜੀ। ਅੱਜ 4-10 ਕਰੋੜ ਵੀ ਮੰਗੀ ਹੈ ਜੀ, ਕਿੱਲੇ ਦਾ ਮਿਲਦਾ ਹੈ ਰੋਡ ਤੇ ਉੱਪਰ, PR7 ਰੋਡ ਹੈ ਇਹ ਮਤਲਬ ਪੂਰੀ ਸਾਜ਼ਿਸ਼ ਸੀ, ਇਹਨੂੰ ਨਾਕਾਮ ਕਰਿਆ ਗਿਆ। ਔਰ ਜਿਸ ਤਰੀਕੇ ਦੇ ਨਾਲ ਹੁਣ ਇਹ ਟਰਮਸ ਐਂਡ ਕੰਡੀਸ਼ਨਸ ਆ ਗਈਆਂ ਤਾਂ ਇੱਥੇ ਕੋਈ ਝੰਡਾ ਨਹੀਂ ਲੱਗਣ ਦੇਣਾ, ਇੱਥੇ ਹੁਣ ਖੇਤੀ ਹੋਣੀ ਹੈ ਸਿਰਫ। ਇੱਥੇ ਹੁਣ ਉਹਨਾਂ ਤੇ ਐਫੀਡੇਵਿਟ ਲੈ ਲਏ ਜੀ ਦੋਨੇ ਕਿਸਾਨਾਂ ਤੇ, ਵੀ ਤੁਸੀਂ ਉਰੇ ਵਾਹੀਯੋਗ ਜ਼ਮੀਨ ਹੈ ਤੇ ਇਹਦੇ ਵਿੱਚ ਖੇਤੀ ਕਰੀ ਜਾਓਗੇ, ਖੇਤੀ ਤੋਂ 1 ਸਾਲ ਬਾਅਦ ਇਹ ਜ਼ਮੀਨ ਤੋਂ ਲੈ ਲਈ ਜਾਊਗੀ, ਉਸ ਤਰ੍ਹਾਂ ਹੀ ਬੋਲੀ ਹੋਊਗੀ ਇਹਦੀ। ਤੁਹਾਨੂੰ ਲੱਗਦਾ ਕੋਈ ਸ਼ੱਕ ਹੈ ਇਹਦੇ ਵਿੱਚ ਕਿ ਕੋਈ ਇਹ ਵੱਡੀ ਜਿਵੇਂ ਪਾਰਟੀਆਂ ਵਿੱਚ ਆ ਜਾਂਦੀਆਂ ਨੇ, ਕੋਈ ਹੋਰ ਇਹ ਤਰੀਕਾ ਨਾਲ ਜਮਾ ਲੈਣ, ਕਿੱਥੇ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਪਾ ਕੇ ਹੋਰ ਕਿਸੇ ਗੇੜ ਦੇ ਵਿੱਚ ਨਾ ਪਾ ਦੇਣ? ਮੈਂ ਤਾਂ ਜੀ ਇਹੀ ਕਹਿਣਾ ਵੀ ਅੱਗੇ ਵਾਸਤੇ ਇਸ ਤਰ੍ਹਾਂ ਦਾ ਕੰਮ ਕੋਈ ਨਹੀਂ ਹੋਣਾ ਚਾਹੀਦਾ। ਇਹ ਜ਼ਮੀਨ ਹਥਿਆਉਣੇ ਦੇ ਕੰਮ ਹੈ। ਜੇ ਜ਼ਿਮੀਂਦਾਰਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਹੈ, ਕਿਉਂ ਪਹਿਲਾਂ ਜ਼ਿਮੀਂਦਾਰਾਂ ਨੇ, ਬਾਕੀ ਜ਼ਮੀਨ ਤਾਂ ਵਿਕ ਗਈਆਂ ਜੀ ਉਰੇ। ਥੋੜ੍ਹੀਆਂ ਜ਼ਮੀਨਾਂ ਜੀ 2-4 ਲੱਖ ਰੁਪਏ ਨੂੰ ਜ਼ਮੀਨ ਤੇ ਠੇਕੇ ਤੇ ਲੈ ਕੇ ਅਗਲਾ ਗੁਜ਼ਾਰਾ ਕਰਦੇ ਸੀ, ਛੋਟੇ ਜ਼ਿਮੀਂਦਾਰ। ਉਹਨਾਂ ਤੋਂ ਵੀ ਜ਼ਮੀਨਾਂ ਖੋਹ ਲਈਆਂ ਗਈਆਂ। ਉਹ ਆਪਣੀ ਵਾਹੀਯੋਗ ਜ਼ਮੀਨ ਕਿੱਥੇ ਲੱਭੂਗੇ, ਕਿਹੜੇ ਪਿੰਡਾਂ 'ਚ ਜਾਊਗੇ ਉਹ? ਇਹ ਤਾਂ ਵੱਡੀ ਸਾਜ਼ਿਸ਼ ਇਹ ਲੱਗੂਗੀ ਜੇ ਅੱਗੇ ਨੂੰ ਇਸ ਤਰ੍ਹਾਂ ਹੋਊਗਾ। ਮੈਂ ਇਹ ਡਿਮਾਂਡ ਕਰਦਾ ਸਰਕਾਰ ਨੂੰ ਵੀ ਇਹਨੂੰ ਤੁਰੰਤ ਹੀ ਜੇ ਚੀਜ਼ਾਂ ਨੂੰ ਰੋਕਿਆ ਜਾਵੇ। ਹੁਣ ਠੀਕ ਹੈ, ਪਿੰਡ ਵਾਲੇ ਕਹਿ ਰਹੇ ਨੇ, ਕਹਿੰਦੇ ਪੈਸਾ ਤਾਂ ਪਿੰਡ 'ਚ ਹੀ ਆਇਆ, ਪੰਚਾਇਤ 'ਚ ਆਇਆ, ਵਿਕਾਸ ਹੋਊਗਾ ਪਿੰਡ ਦਾ ਔਰ ਇਸ ਦੇ ਨਾਲ ਪਿੰਡ ਨੂੰ ਹੀ ਫਾਇਦਾ ਹੋਣਾ ਹੈ। ਇਸ ਤਰ੍ਹਾਂ ਦੇ ਵਿਕਾਸ ਦੀ ਸਾਨੂੰ ਲੋੜ ਹੀ ਨਹੀਂ। ਜਦੋਂ ਅਸੀਂ ਕਰੋੜਾਂ ਰੁਪਏ ਦੀ ਜ਼ਮੀਨ ਅਸੀਂ 33 ਕਰੋੜ ਰੁਪਏ ਵਿੱਚ ਹੰਢਾ ਗਏ। ਮੈਂ ਹੁਣ ਠੀਕ ਹੈ, ਹੁਣ ਸਮਝ ਗਈ, ਪੰਚਾਇਤ ਵੀ ਸਮਝ ਗਈ, ਸਾਰਾ ਕੁਝ ਸਾਰਾ ਕਲੀਅਰ ਹੈ ਜੀ। ਕੱਟ ਹੁਣ ਤਾਂ ਰੌਲਾ ਪਾ ਰਹੇ ਵੀ ਅੜੋ ਤੜੀ ਵਿੱਚ ਹੋਇਆ ਕੰਮ, ਪਰ ਕੋਈ ਅੜੋ ਤੜੀ ਨਹੀਂ ਸੀ, ਕੰਪਨੀਆਂ ਦਾ ਪਿੱਛੇ ਹੱਥ ਸੀ। ਪਰ ਹੁਣ ਸਾਡੀ ਜ਼ਮੀਨ ਸੇਫ ਹੈ। ਅੱਗੇ ਵਾਸਤੇ ਸਰਕਾਰ ਨੂੰ ਚਾਹੀਦਾ ਵੀ ਅਸੀਂ ਅਜੇ ਕੰਡੀਸ਼ਨਾਂ ਲਾ ਕੇ ਵੀ ਇੰਨੀ ਮਹਿੰਗੀ ਜ਼ਮੀਨ ਕੌਣ ਕਿਸਾਨ ਲੈ ਸਕਦਾ। ਤਾਂ ਇੱਕ ਬੈਰੀਅਰ ਹੋਣਾ ਚਾਹੀਦਾ ਹੈ, ਇੱਕ ਕੈਪ ਹੋਣਾ ਚਾਹੀਦਾ ਕਿ ਇਸ ਤੋਂ ਉੱਪਰ ਜਿਹੜੀ ਹੈਗੀ ਆ ਉਹ ਵੈਲਿਊ ਨਾ ਵਧੇ। ਦਾਇਰਾ ਹੋਣਾ ਚਾਹੀਦਾ ਜੀ। ਜਦੋਂ ਤੁਸੀਂ 35 ਸਾਲ ਦਾ ਪਿਛੋਕੜ ਦੇਖਦੇ ਆ ਤੇ ਇੱਕਦਮ 33 ਲੱਖ ਤੇ ਜਾਣਾ, ਉਹ ਇੱਕ ਸੰਕੇਤ ਦਿੰਦਾ, ਸਾਨੂੰ ਨੈਗੇਟਿਵ ਸੰਕੇਤ ਦਿੰਦਾ ਵੀ ਇਹਨੂੰ ਅੱਗੇ ਵਾਸਤੇ ਰੋਕਿਆ ਜਾਵੇ ਤੇ ਇਹਨਾਂ ਤੇ ਕੋਈ ਕੰਡੀਸ਼ਨਾਂ ਲਾਈਆਂ ਜਾਣ, ਜ਼ਿਮੀਂਦਾਰਾਂ ਤੇ ਵੀ ਲਾਈਆਂ ਜਾਣ। ਆਪਣੀ ਤਾਂ ਜ਼ਮੀਨ ਜ਼ਿਮੀਂਦਾਰ ਵੇਚ ਰਹੇ ਆ ਉਰੇ, ਤੇ ਠੇਕੇ ਦੇ ਜਿਹੜਾ ਕੋਈ ਛੋਟਾ ਜ਼ਿਮੀਂਦਾਰ ਉਹ ਲੰਦਾ ਏ ਵਿਚਾਰਾ, ਉਹ ਕਿੱਥੇ ਲੈ ਲੂਗਾ ਜੀ? ਇਹ ਜ਼ਮੀਨ 50 ਲੱਖ ਬੋਲੀ ਤੇ ਚੜ ਜਾਂਦੀ ਅੱਜ, ਤੇ ਅਗਲੇ ਸਾਲ ਵੀ ਇਹਨਾਂ ਨੇ 50 ਲੱਖ ਦੇਣਾ। ਇਹਨਾਂ ਨੂੰ ਬਿਲਡਰਾਂ ਨੂੰ ਕੀ ਫਰਕ ਪੈਂਦਾ? ਇਹ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜੀ। ਇਹ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ। ਕੋਈ ਇਹਦੇ ਵਿੱਚ ਕਿਸਾਨ ਇਨਵੋਲਵ ਨਹੀਂ, ਮੂਹਰੇ ਕਿਸਾਨਾਂ ਨੂੰ ਇੱਕ ਧੁਰਾ ਬਣਾ ਕੇ ਇਸਤੇਮਾਲ ਕੀਤਾ ਗਿਆ ਸੀ। ਠੀਕ ਹੈ ਗੁਰਪ੍ਰੀਤ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਤਮਾਮ ਜਾਣਕਾਰੀ ਦੇ ਵਿੱਚ ਤੁਸੀਂ ਜੋ ਸਾਂਝ ਪਾਈ ਔਰ ਨਾਲ ਹੀ ਇਹ ਪਰਦਾ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਕੋਈ ਅੜੀ ਵਾਲਾ ਕੰਮ ਨਹੀਂ ਸੀਗਾ, ਬਲਕਿ ਦੋ ਕਹਿੰਦੇ ਵੱਡੀਆਂ ਕੰਪਨੀਆਂ ਇਨਵੋਲਵ ਹੋ ਗਈਆਂ ਸੀ ਔਰ ਉਹਨਾਂ ਨੇ ਬੰਦੇ ਬਿਠਾ ਦਿੱਤੇ ਔਰ ਉਹੀ ਬੋਲੀ ਜਿਹੜੀ ਆ ਉਹ ਅੱਗੇ ਵਧਾਉਂਦੇ ਰਹੇ। ਕਿਉਂਕਿ ਪਿਛਲੇ ਪਾਸੇ ਜੇਕਰ ਤੁਸੀਂ ਪੰਚਾਇਤੀ ਜ਼ਮੀਨ ਦੇ ਪਿਛਲੇ ਪਾਸੇ ਵੇਖੋਗੇ, ਝੰਡੇ ਦੋਵੇਂ ਕੰਪਨੀਆਂ ਲੱਗੇ ਹੋਏ ਨੇ, ਤਾਂ ਦੋਵੇਂ ਕੰਪਨੀਆਂ ਚਾਹੁੰਦੀਆਂ ਸੀ ਕਿ ਅਸੀਂ ਇੱਥੇ ਆਪਣਾ ਜੋ ਹੋਲਡ ਹੈ ਉਹ ਬਣਾ ਲਈਏ, ਕੋਈ ਰਾਹ ਕੱਢ ਲਈਏ, ਪਰ ਇਦਾਂ ਹੋਣ ਨਹੀਂ ਦਿੱਤਾ। ਪਿੰਡ ਦੇ ਲੋਕ ਹੀ ਜਦੋਂ ਵਿੱਚ ਬੜੇ ਇਨਵੋਲਵ ਹੋਏ ਤਾਂ ਟਰਮਸ ਐਂਡ ਕੰਡੀਸ਼ਨਸ ਰਖਵਾਈਆਂ ਔਰ ਹੁਣ ਇਸ ਜ਼ਮੀਨ ਦੇ ਉੱਤੇ ਸਿਰਫ ਖੇਤੀ ਹੀ ਹੋ ਸਕਦੀ ਹੈ, ਕੋਈ ਬੈਨਰ ਨਹੀਂ ਲੱਗੂਗਾ, ਕੋਈ ਬੋਰਡ ਨਹੀਂ ਲੱਗੂਗਾ। ਇਹ
ਹੁਣ ਜ਼ਮੀਨ ਜੋ ਹੈ ਉਹ ਸਿਰਫ ਵਾਹੀ ਵਾਸਤੇ ਹੀ ਇਸਤੇਮਾਲ ਹੋਊਗੀ। ਕੈਮਰਾ ਪਰਸਨ ਸੁਰਿੰਦਰ ਕੁਮਾਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਪਲਹੇੜੀ।